ਤੇ ਵੱਡੀ ਖਬਰ ਲੈ ਕੇ ਹਾਜ਼ਰ ਹਾਂ। ਚੀਫ ਸੈਕਟਰੀ ਬਨਾਮ ਪੰਜਾਬ ਦੇ ਵਜ਼ੀਰ ਜੋ ਕੰਟਰੋਵਰਸੀ ਪੰਜਾਬ ਦੇ ਵਿੱਚ ਲਗਾਤਾਰ ਜਾਰੀ ਸੀ, ਇਸ ਵੇਲੇ ਵੱਡੀ ਖਬਰ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੋਂ ਐਕਸਾਈਜ਼ ਵਿਭਾਗ ਦੀਆਂ ਜ਼ਿੰਮੇਵਾਰੀਆਂ ਨੂੰ ਵਾਪਸ ਲੈ ਲਿਆ ਗਿਆ ਹੈ। ਇਹ ਵੇਨੂ ਪ੍ਰਸਾਦ ਹੁਣ पूरी जिम्मेवारी संभालणगे। सो ਕਰਨ ਅਵਤਾਰ ਸਿੰਘ ਅਤੇ ਮੰਤਰੀਆਂ ਦਰਮਿਆਨ ਜੋ ਵਿਵਾਦ ਸੀ ਕਾਫੀ ਭਖਿਆ ਹੋਇਆ ਸੀ। ਹਾਲਾਂਕਿ ਕਰਨ ਅਵਤਾਰ ਸਿੰਘ ਦੇ ਅਸਤੀਫੇ ਦੀ ਵੀ ਮੰਗ ਹੋਈ ਸੀ ਕਿਉਂਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ बैठक छड्ड के चले गए सी जदों चर्चा की जा रही सी एक्साइज नूं लैके। चरणजीत चन्नी ने भी बैठक छड्डी। तपिन साडे पत्रकार साडे नाल जुड़ चुके हैं। तमाम अपडेट तपिन तो लैने। तपिन, वड्डी खबर है, कंट्रोवर्सी लगातार जारी सी पर अपडेट ये सामने आ रहा है कि जिम्मेवारियां ਕਰਨ ਅਵਤਾਰ ਸਿੰਘ ਤੋਂ ਵਾਪਸ ਲੈ ਲਈਆਂ ਗਈਆਂ ਨੇ। जी बिल्कुल, ਜਿਹੜੀ ਕਿਰਕਰੀ ਹੈ ਜਿਹੜੀ ਕਾਫੀ ਸਰਕਾਰ ਦੀ ਹੋ ਰਹੀ ਸੀ ਤੇ ਜਿਹੜਾ ਵਿਵਾਦ ਵੀ ਕਾਫੀ ਵੱਧ ਗਿਆ ਸੀ, ਜਿਹਦੇ ਵਿੱਚ ਪੰਜਾਬ ਦੇ ਸਭ ਜਿਹੜੇ ਮੰਤਰੀ ਨੇ, ਕੈਬਨਿਟ ਹੈ, ਉਹ ਪੂਰੀ ਇੱਕ ਪਾਸੇ ਹੋ ਗਈ ਸੀ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲੈਂਦੇ ਹੋਏ ਵੱਡਾ ਫੈਸਲਾ ਲਿੱਤਾ ਕਿ ਕਰਨ ਅਵਤਾਰ ਸਿੰਘ ਤੋਂ ਟੈਕਸੇਸ਼ਨ ਵਿਭਾਗ ਜਿਹੜਾ ਹੈਗਾ ਉਹ ਵਾਪਸ ਲੈ ਲਿਆ ਤੇ ਉਹਦੀ ਜਗ੍ਹਾ ਇਹ ਵੇਨੂ ਪ੍ਰਸਾਦ ਨੇ ਉਹਨਾਂ ਨੂੰ ਇਹ ਚਾਰਜ ਦੇਤਾ ਗਿਆ। ਤੇ ਅਗਰ ਵੇਨੂ ਪ੍ਰਸਾਦ ਛੁੱਟੀ ਤੇ ਨੇ ਤੇ ਉਹਨਾਂ ਦੀ ਜਗ੍ਹਾ ਉਨੀ ਦੇਰ ਤੱਕ ਜਿਹੜਾ ਅਨਿਰੁੱਧ ਤਿਵਾੜੀ ਨੇ ਉਹ ਚਾਰਜ ਸੰਭਾਲਣਗੇ। तपिन, चीफ सैकटरी अवतार सिंह काफ़ी विवादां च ने। अजकल किहड़ा विभाग उन्होंने हुण सौंपिया गया, किहड़ी जिम्मेवारी दित्ती गई इस तो बाद? जी फिलहाल अजे यही जानकारी दी गई है कि उन्होंने तो चार्ज वापस ले लिया गया कि उन्होंने हुण ਜਿਹੜਾ ਚਾਰਜ ਉਹਨਾਂ ਨੂੰ ਹੁਣ ਕਿਹੜਾ ਦਿੱਤਾ ਜਾਂਦਾ ਹੈ, ਕੀ ਅਗਲੀ ਰਣਨੀਤੀ ਰਹੇਗੀ, ਉਹਦੇ ਉੱਪਰ ਹਜੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਫੈਸਲਾ ਲੈਣਾ ਬਾਕੀ ਹੈ। ਫਿਲਹਾਲ ਉਹਨਾਂ ਕੋਲੋਂ ਐਕਸਾਈਜ਼ ਐਂਡ ਟੈਕਸੇਸ਼ਨ ਦਾ ਜਿਹੜਾ ਵਿਭਾਗ ਹੈ ਉਹ ਵਾਪਸ ਲੈ ਲਿਆ ਗਿਆ ਤੇ ਜਿਵੇਂ ਕਿ ਮੰਗ ਕੀਤੀ ਜਾ ਰਹੀ ਸੀ, ਜਿਵੇਂ ਕਿ ਮਨਪ੍ਰੀਤ ਬਾਦਲ ਨੇ ਵੀ ਸਾਫ਼ ਕਰਤਾ ਸੀਗਾ ਜਾਂ ਚਰਨਜੀਤ ਸਿੰਘ ਚੰਨੀ ਨੇ ਕਿ ਜਿਹੜੇ ਕੈਬਨਿਟ ਦੇ ਵਿੱਚ ਚੀਫ ਸੈਕਟਰੀ ਜਿਹੜੇ ਅਵਤਾਰ ਸਿੰਘ ਆਉਣਗੇ ਤਾਂ ਉਹ ਮੀਟਿੰਗ ਦੇ ਵਿੱਚ ਉਹ ਅਵੇਲੇਬਲ ਨਹੀਂ ਰਹਿਣਗੇ। ਹਜੇ ਕਈ ਗੱਲਾਂ ਦੇ ਉੱਪਰ ਬਾਕੀ ਹੈ ਕਿ ਚੀਫ ਸੈਕਟਰੀ ਹਜੇ ਵੀ ਜਿਹੜੇ ਕਰਨ ਅਵਤਾਰ ਸਿੰਘ ਨੇ ਕਿ ਉਹ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਜਾਂ ਨਹੀਂ ਰਹਿਣਗੇ, ਇਹ ਵੀ ਹਜੇ ਬਾਕੀ ਹੈ। ਹਜੇ ਕਈ ਗੱਲਾਂ ਨੇ ਜਿਨ੍ਹਾਂ ਦੇ ਉੱਪਰੋਂ ਹਜੇ ਪਰਦਾ ਉੱਠਣ ਦੀ ਹਜੇ ਬਾਕੀ ਹੈ। ਤੇ ਫਿਲਹਾਲ ਵੱਡੀ ਖਬਰ ਇਹ ਹੈ ਕਿ ਐਕਸਾਈਜ਼ ਐਂਡ ਟੈਕਸੇਸ਼ਨ ਜਿਹੜੇ ਵਿਭਾਗ ਕਰਕੇ ਇਹ ਸਾਰਾ ਵਿਵਾਦ ਉੱਠਿਆ ਸੀਗਾ, ਉਸ ਵਿਵਾਦ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜ਼ਰੂਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਜੀ ਤਪਿਨ, ਪੂਰੇ ਵਿਵਾਦ ਤੋਂ ਅਸੀਂ ਜਾਣੂ ਆ ਕਿ ਆਖਿਰਕਾਰ ਪੂਰਾ ਵਿਵਾਦ ਭਖਿਆ ਕਿਸ ਤਰ੍ਹਾਂ। जिस तरह नाल बैठक पंजाब के खजाना मंत्री मनप्रीत सिंह बादल छड्ड जांदे ने, चरणजीत चन्नी इस गल का विरोध करते हैं कि जो कुछ होया वो नहीं होना चाहिए सी। हुण सीधे तौर पर मन्निया जावे कि उस गल का खमियाजा ਕਰਨ अवतार सिंह नूं भुगतना पिया। जी बिल्कुल, ये खमियाजा ਉਹੀ ਭੁਗਤਣਾ ਪਿਆ ਕਿਉਂਕਿ ਸਾਰੀ ਜਿਹੜੀ ਕਾਂਗਰਸ ਜਿਹੜੀ ਪਾਰਟੀ ਹੈਗੀ ਆ ਉਹ ਇੱਕ ਪਾਸੇ ਹੋ ਗਈ ਸੀਗੀ। ਸਾਰੇ ਐਮਐਲਏ ਵਿਧਾਇਕ ਜਿੰਨੇ ਹੈਗੇ ਨੇ ਉਹਨਾਂ ਨੇ ਸਾਰਿਆਂ ਨੇ ਜਿਹੜਾ ਕੈਬਨਿਟ ਦਾ ਸਾਥ ਦਿੱਤਾ ਸੀ। ਭਾਵੇਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਸੁਨੀਲ ਜਾਖੜ ਨੇ ਵੀ ਸਾਫ਼ ਤੌਰ ਤੇ ਕਹਿਤਾ ਸੀ ਕਿ ਕਦੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ ਜਿਹੜੀ ਤੋਹੀਨ ਕੀਤੀ ਜਾ ਰਹੀ ਹੈ ਵਿਧਾਇਕਾਂ ਦੀ, ਮੰਤਰੀਆਂ ਦੀ। ਤੇ ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਜਿਹੜਾ ਫੈਸਲਾ ਲੈਣਾ ਮਜਬੂਰ ਸੀਗੇ ਤੇ ਉਹਨਾਂ ਨੇ ਫੈਸਲਾ ਲੈਂਦੇ ਹੋਏ ਵਿਭਾਗ ਟੈਕਸੇਸ਼ਨ ਨੂੰ ਜਿਹੜਾ ਹੈਗਾ ਉਹਨਾਂ ਨੂੰ ਚਾਰਜ ਵਾਪਸ ਲੈ ਲਿਆ। ਤੇ ਇਹਦੇ ਉੱਪਰ ਹੁਣ ਵੱਡੀ ਗੱਲ ਇਹ ਹੈ ਕਿ ਸਿਆਸਤ ਪੱਖਣੀ ਹੁਣ ਤੈਅ ਹੈ। ਜਿਵੇਂ ਕਿ ਸੁਖਬੀਰ ਬਾਦਲ ਵੱਲੋਂ ਵੀ ਪੂਰਾ ਸਾਥ ਦਿੱਤਾ ਗਿਆ ਕਿ ਜਿਹੜੀ ਬਿਊਰੋਕ੍ਰੇਸੀ ਹੈਗੀ ਕਿ ਅਗਰ ਜਿਵੇਂ ਕਿ ਉਹਨਾਂ ਬੇਟੇ ਦੇ ਉੱਪਰ ਵੀ ਆਰੋਪ ਲੱਗੇ ਸੀਗੇ ਕਿ ਸ਼ਰਾਬ ਦੇ ਕੰਮ ਨੂੰ ਲੈ ਕੇ, ਤਾਂ ਸੁਖਬੀਰ ਬਾਦਲ ਵੱਲੋਂ ਵੀ ਅੱਜ ਕਿਹਾ ਗਿਆ ਕਿ ਅਗਰ ਕੋਈ ਦੋਸ਼ੀ ਹੈ ਤੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ। ਅਗਰ ਮੰਤਰੀਆਂ ਦਾ ਦੋਸ਼ ਹੈ, ਅਗਰ ਝੂਠਾ ਆਰੋਪ ਲਗਾ ਰਹੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਕਿ ਇੱਕ ਪਾਸੇ ਮੰਤਰੀ ਵਿਭਾਗ ਦੇ ਉੱਪਰ ਆਰੋਪ ਲਗਾ ਰਹੇ ਨੇ ਤੇ ਦੂਸਰੇ ਪਾਸੇ ਵਿਭਾਗ ਜਿਹੜਾ ਹੈਗਾ ਉਹ ਮੰਤਰੀਆਂ ਤੇ ਆਰੋਪ ਲਗਾ ਰਿਹਾ। ਤੇ ਇਹ ਜਿਹੜਾ ਜੱਦੋਜਹਿਦ ਹੈ ਇਹਨੂੰ ਖਤਮ ਕਰਨਾ ਚਾਹੀਦਾ। ਤੇ ਅੱਜ ਜਿਹੜਾ ਹੈਗਾ ਉਹਨੇ ਕੁਝ ਦੇਰ ਪਹਿਲਾਂ ਕੀ ਆਦੇਸ਼ ਜਾਰੀ ਕਰਤੇ ਕਿ ਜਿਹੜੇ ਵਿਭਾਗ ਟੈਕਸੇਸ਼ਨ ਵਿਭਾਗ ਹੈ ਉਹ ਵਾਪਸ ਲੈ ਲਿਆ ਗਿਆ। ਜੀ तपिन, एक सवाल होर भी बनता है कि इस सारे जो सियासी समीकरण बने, जिस तरह नाल इल्जामबाजी चली, कैप्टन अमरिंदर सिंह दे वजीर जिस तरह नाल ਕਰਨ ਅਵਤਾਰ ਸਿੰਘ ਤੇ लगातार इल्जामबाजी कर रहे सी, सो इस तो स्पष्ट हो चुका है ना कि कितना किते तां जिहड़ी इल्जामबाजी सी वो एक्शन मोड दे विच हुण उस दा रूप धारण कर चुकी है, तां ही एक्शन लिया गया ना।
ਜੀ ਬਿਲਕੁਲ, ਜਿਵੇਂ ਕਿ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਕਿ ਲਗਾਤਾਰ ਜਾਂਚ ਦੀ ਮੰਗ ਕੀਤੀ ਜਾ ਰਹੀ ਸੀਗੀ ਕਿ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਇਹ ਜਿਵੇਂ ਕਿ ਅਸੀਂ ਵੀ ਕਰਨ ਅਵਤਾਰ ਸਿੰਘ ਨਾਲ ਅੱਜ ਜਿਹੜੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਇਹੀ ਕਹਿਣਾ ਸੀਗਾ ਕਿ ਉਹ ਇਸ ਮਾਮਲੇ ਦੇ ਵਿੱਚ ਕੋਈ ਬੋਲਣਾ ਨਹੀਂ ਚਾਹੁੰਦੇ, ਕਿ ਉਹ ਸਿਰਫ ਕੈਪਟਨ ਅਮਰਿੰਦਰ ਸਿੰਘ ਦਾ ਇੰਤਜ਼ਾਰ ਕਰਨ ਕਿ ਕਦ ਤੱਕ ਜਿਹੜਾ ਹੈਗਾ ਉਹ ਆਪਣਾ ਫੈਸਲਾ ਸੁਣਾਉਂਦੇ ਨੇ। ਕਿਉਂਕਿ ਜਿਵੇਂ ਕਿ ਅਸੀਂ ਕਰਨ ਅਵਤਾਰ ਸਿੰਘ ਨਾਲ ਗੱਲ ਕੀਤੀ ਵੀ ਸੀ ਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਿਰਫ ਉਹ ਇੰਤਜ਼ਾਰ ਕਰਨਗੇ ਕਿ ਇਸ ਮਾਮਲੇ ਦੇ ਵਿੱਚ ਉਹ ਕੁਝ ਵੀ ਬੋਲਣਾ ਮੁਨਾਸਿਬ ਨਹੀਂ ਸਮਝਦੇ ਕਿ ਜੋ ਫੈਸਲਾ ਹੋਏਗਾ ਉਹਨਾਂ ਨੂੰ ਮਨਜ਼ੂਰ ਹੋਏਗਾ। ਤੇ ਜਿਸ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਕਿਉਂਕਿ ਬਾਰ-ਬਾਰ ਜਾਂਚ ਦੀ ਮੰਗ ਕੀਤੀ ਜਾ ਰਹੀ ਸੀ ਤੇ ਵਿਰੋਧੀਆਂ ਵੱਲੋਂ ਵੀ ਕਿਹਾ ਜਾ ਰਿਹਾ ਸੀਗਾ ਕਿ ਅਗਰ ਜੋ ਆਰੋਪ ਲੱਗ ਰਹੇ ਨੇ ਕਰਨਰਾਜ ਸਿੰਘ ਦੇ ਉੱਪਰ ਤੇ ਉਹ ਅਗਰ ਆਰੋਪ ਹੈਗੇ ਨੇ ਤਾਂ ਉਹਦੀ ਜਾਂਚ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੈਗਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਹੁਣ ਵੱਡੀ ਗੱਲ ਇਹ ਹੈ ਕਿ ਕੀ ਜਾਂਚ ਕੀਤੀ ਗਈ ਜਾਂ ਫਿਰ ਦਬਾਅ ਦੇ ਵਿੱਚ ਕਰਨ ਅਵਤਾਰ ਸਿੰਘ ਨੂੰ ਇਹਦੇ ਵਿੱਚੋਂ ਹਟਾਤਾ ਗਿਆ ਜਾਂ ਜਿਹੜਾ ਕਲਹਿ ਪਿਆ ਹੋਇਆ ਸੀਗਾ ਪਾਰਟੀ ਦੇ ਵਿੱਚ ਪੂਰਾ ਤੇ ਸਰਕਾਰ ਦੀ ਕਿਰਕਿਰੀ ਹੋ ਰਹੀ ਸੀ ਕਾਫੀ ਜ਼ਿਆਦਾ ਵਿਰੋਧੀਆਂ ਦੇ ਵਿੱਚ ਤੇ ਉਸ ਚੀਜ਼ ਨੂੰ ਖਤਮ ਕਰਨ ਦੀ ਕਰਨ ਅਵਤਾਰ ਸਿੰਘ ਕੋਲੋਂ ਧਿਆਨ ਆ ਗਿਆ ਤੇ ਹਜੇ ਕਾਫੀ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ ਕਾਫੀ ਬਾਕੀ ਨੇ ਕਿ ਕਰਨ ਅਵਤਾਰ ਸਿੰਘ ਨਾਲ ਰਹਿਣਗੇ। ਤਾਂ ਪਿੰਡ ਜੁੜੇ ਰਹੇ ਹੋ ਸਾਡੇ ਨਾਲ ਫਤਿਹ ਜੰਗ ਸਿੰਘ ਬਾਜਵਾ ਵਿਧਾਇਕ ਨੇ, ਉਹਨਾਂ ਨਾਲ ਸਾਡੇ ਨਾਲ ਜੁੜ ਚੁੱਕੇ ਨੇ। ਵਿਧਾਇਕ ਸਾਹਿਬ, ਜਿਸ ਤਰ੍ਹਾਂ ਨਾਲ ਕੰਟਰੋਵਰਸੀ ਲਗਾਤਾਰ ਜਾਰੀ ਸੀ, ਸੋ ਇਸ ਵਿਚਾਲੇ ਕਰਨ ਅਵਤਾਰ ਸਿੰਘ ਤੋਂ ਜਿਹੜੀਆਂ ਜ਼ਿੰਮੇਵਾਰੀ ਨੇ ਐਕਸਾਈਜ਼ ਵਿਭਾਗ ਦੀਆਂ ਉਹ ਵਾਪਸ ਲੈ ਲਈਆਂ ਗਈਆਂ ਨੇ। ਜਿਸ ਤਰ੍ਹਾਂ ਨਾਲ ਤੁਸੀਂ ਵੀ ਇਨਕੁਆਇਰੀ ਦੀ ਮੰਗ ਕੀਤੀ ਸੀ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ, ਜੋ ਕੁਝ ਕੈਬਨਿਟ ਉਸ ਬੈਠਕ ਦੌਰਾਨ ਹੋਇਆ ਕੈਬਨਿਟ ਮੰਤਰੀਆਂ ਨਾਲ ਹੋਇਆ ਨਹੀਂ ਹੋਣਾ ਚਾਹੀਦਾ ਸੀ। ਕੀ ਇਸ ਨੂੰ ਐਕਸ਼ਨ ਸਮਝਿਆ ਜਾਵੇ ਚੀਫ ਸੈਕਟਰੀ ਦੇ ਖਿਲਾਫ? हाँ बिल्कुल, ਅਸੀਂ ਸਮਝਦੇ ਹਾਂ ਵੀ ਮੁੱਖ ਮੰਤਰੀ ਸਾਹਿਬ ਨੇ ਬਹੁਤ ਸੂਝ-ਬੂਝ ਨਾਲ ਸਿਆਣਪ ਨਾਲ ਸਾਰੇ ਇਸ਼ੂ ਨੂੰ ਟੈਕਲ ਕੀਤਾ ਹੈ। ਕਿਉਂਕਿ ਦੇਖੋ ਉਹਨਾਂ ਨੇ ਆਪਣੇ ਕੁਲੀਗ ਨਾਲ ਹੋਈ ਜਿਸ ਕਿਸਮ ਦੀ ਬਦਸਲੂਕੀ ਸੀ ਉਸ ਤੇ ਵੀ ਉਹਨਾਂ ਕੋਲ ਜਿਹੜਾ ਚਾਰਜ ਲਿਆ ਗਿਆ ਹੈ। ਬੜੀ ਅੱਛੀ ਇੱਕ ਡਾਇਰੈਕਸ਼ਨ ਇਹ ਵੀ ਹੈ ਵੀ ਚਲੋ ਚੀਫ ਸੈਕਟਰੀ ਆਪਣੀ ਜਗ੍ਹਾ ਤੇ ਨੇ, ਪਰ ਜਿਹੜਾ ਐਕਸਾਈਜ਼ ਦਾ ਜਿਹੜਾ ਜਿਹਦੇ ਕਰਕੇ ਮੇਨ ਚੱਕਰ ਪਿਆ ਸੀਗਾ ਉਹ ਉਹਨਾਂ ਕੋਲ ਲੈ ਲਿਆ ਗਿਆ। ਤਾਂ ਮੈਂ ਸਮਝਦਾ ਵੀ ਇੱਕ ਰਾਈਟ ਡਾਇਰੈਕਸ਼ਨ ਦੇ ਉੱਤੇ ਰਾਈਟ ਐਕਸ਼ਨ ਹੋਇਆ। ਬਾਜਵਾ ਸਾਹਿਬ, ਕਾਰਨ ਕੀ ਸਮਝੀਏ? ਜੇਕਰ ਇੰਟਰਨਲ ਮੈਟਰ ਹੈ, ਹਾਲਾਂਕਿ ਕਾਫੀ ਬਿਆਨਬਾਜ਼ੀ ਹੋਈ ਚੀਫ ਸੈਕਟਰੀ ਦੇ ਖਿਲਾਫ ਕਿਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ, ਤੇ ਹੁਣ ਪੂਰੇ ਮਸਲੇ ਤੇ ਆਖਿਰਕਾਰ ਕਾਰਨ ਕੀ ਸਮਝਿਆ ਜਾਵੇ? ਇੱਕ ਪਾਸੇ ਤੁਹਾਡੇ ਵਿਰੋਧੀ ਪ੍ਰੈਸ ਕਾਨਫਰੰਸ ਕਰਦੇ ਨੇ, ਹਵਾਲਾ ਦਿੱਤਾ ਜਾਂਦਾ ਹੈ ਕਿ ਜਾਂ ਤਾਂ ਜੇਕਰ ਚੀਫ ਸੈਕਟਰੀ ਗਲਤ ਨੇ ਤਾਂ ਕਾਰਵਾਈ ਕਰਨੀ ਚਾਹੀਦੀ ਹੈ, ਨਹੀਂ ਮੁਆਫੀ ਮੰਗ ਲੈਣੀ ਚਾਹੀਦੀ ਹੈ। ਇਸ ਮਸਲੇ ਤੇ ਕਿਤਨਾ ਕਿਤੇ ਤਾਂ ਐਕਸ਼ਨ ਲਿਆ ਗਿਆ ਨਾ? ਤੁਹਾਨੂੰ ਲੱਗਦਾ ਹੈ ਕਿ ਜਲਦ ਲਿਆ ਗਿਆ ਜਾਂ ਬਹੁਤ ਲੇਟ ਹੋ ਗਏ ਤੁਸੀਂ ਐਕਸ਼ਨ ਜੋ ਲਿਆ ਗਿਆ? ਨਹੀਂ, ਐਕਸ਼ਨ ਦੇਖੋ, ਤੁਸੀਂ ਚੀਫ ਸੈਕਟਰੀ ਦੀ ਜਾਂ ਇੱਕ ਐਕਸਾਈਜ਼ ਟੈਕਸੇਸ਼ਨ ਫਾਈਨੈਂਸ਼ੀਅਲ ਕਮਿਸ਼ਨਰ ਜਿਹੜਾ ਹੁੰਦਾ ਐਫਸੀਪੀ ਦੀ ਪੋਸਟ ਕੋਈ ਛੋਟੀ ਪੋਸਟ ਨਹੀਂ। ਹਰ ਚੀਜ਼ ਦੇ ਉੱਤੇ ਤੁਸੀਂ ਹਰ ਚੀਜ਼ ਦਾ ਕੋਈ ਫਾਲ ਆਊਟ ਹੁੰਦਾ ਹੈ। ਤਾਂ ਸੀਐਮ ਸਾਹਿਬ ਨੇ ਬੜੀ ਸਿਆਣਪ ਨਾਲ, ਕਿਉਂਕਿ ਉਹਨਾਂ ਨੇ ਸਾਰੇ ਪਹਿਲੂ ਦੀ ਘੋਖ ਕੀਤੀ ਹੋਏਗੀ, ਸਾਰੇ ਪਹਿਲੂ ਦੀ ਉਹਨਾਂ ਨੇ ਜਾਂਚ ਕੀਤੀ ਹੋਏਗੀ, ਇੰਟਰਨਲ ਆਪਣਾ ਸਾਰਾ ਇਨਫੋਰਮੇਸ਼ਨ ਲਈ ਹੋਊਗੀ। ਤਾਂ ਜੋ ਉਹਨਾਂ ਨੂੰ ਸਰਕਾਰ ਦੇ ਹਿੱਤ ਵਿੱਚ ਔਰ ਅਫਸਰਾਂ ਦੀ ਵੀ ਜਿਹੜਾ ਸਮਝ ਲਓ ਵੀ ਉਸ ਢੰਗ ਨਾਲ ਕੀਤਾ ਵੀ ਇਹਨਾਂ ਦਾ ਜਿਹੜੇ ਦੋ ਪਹੀਏ ਨੇ ਐਗਜ਼ੈਕਟਿਵ ਤੇ ਪੋਲੀਟੀਸ਼ੀਅਨਸ ਇਕੱਠੇ ਚੱਲਣੇ ਚਾਹੀਦੇ ਨੇ। ਤੇ ਮੈਂ ਸਮਝਦਾ ਵੀ ਇੱਕ ਬੜਾ ਚੰਗਾ ਸਟੈਪ ਹੈ ਸੀਐਮ ਸਾਹਿਬ ਦੇ। ਚਲੋ ਠੀਕ ਸਟੈਪ ਬਣ ਰਹੇ ਹੋ ਤੁਸੀਂ। ਬਿਲਕੁਲ ਬਾਜਵਾ ਸਾਹਿਬ, ਤੁਸੀਂ ਜੁੜ ਰਹੇ ਹੋ। ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਨੇ ਸਾਡੇ ਨਾਲ ਜੁੜ ਚੁੱਕੇ ਨੇ। ਚੀਮਾ ਸਾਹਿਬ, ਜਿਸ ਤਰ੍ਹਾਂ ਨਾਲ ਕੰਟਰੋਵਰਸੀ ਜਾਰੀ ਸੀ, ਬੜੇ ਬਿਆਨ ਆ ਰਹੇ ਸੀ ਕਿ ਕੈਬਨਿਟ ਮੰਤਰੀ ਨਾਲ ਜੋ ਕੁਝ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ। ਚੀਫ ਸੈਕਟਰੀ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਜਾ ਰਹੀ ਸੀ ਜੋ ਕਿ ਹੋ ਚੁੱਕਿਆ ਹੈ। ਜ਼ਿੰਮੇਵਾਰੀਆਂ ਵਾਪਸ ਲੈ ਲਈਆਂ ਗਈਆਂ ਨੇ ਐਕਸਾਈਜ਼ ਡਿਪਾਰਟਮੈਂਟ ਦੀਆਂ। देखो गल यह है कि पहली तो गल है कि जी चीफ सैकटरी की जिम्मेवारी है वो तो उन्होंने कोले होनी बरकरार है जी। इस करके जी कैबिनेट की मंग सी वो तो उन्होंने चीफ सैकटरी के उत्ते तो हटाउंदी सी, पर असीं अगे प्रेस कानफ्रेंस करके साडे प्रधान साहब ने भी इस गल का जिक्र किया कि पब्लिक से जो इशू है वो ये है कि जी एप्लीकेशन लगी थी कि हज़ारों करोड़ रुपया खजाने को घाटा पैना, जिहदे पिछली कैबिनेट ने भी इतराज उठाए थे कि मुख्यमंत्री साहब को महकमा जी और कर्नल साहब सिंह एफसीपी ते हर वाली जो पॉलिसी के 300 करोड़ किसी साल 1000 करोड़ से ऐसा 2000 करोड़ जो घाटा किया सी वो खाते से जी है कोई गल कैबिनेट ने नहीं की। जो चीफ सैकटरी थां ते होर अफसर बिठा दिता गया तो कैबिनेट ने कैप्टन अमरिंदर सिंह और जिम्मेवारी पार्टी के नफा नुकसान देख के वो आपे पॉलिसी का फैसला कर लें।
पर पंजाब की जनता ने जी कैबिनेट बनाई है ਉਹਨੂੰ ਬੜੀ ਵੱਡੀ ਇੱਕ ਕਲੈਕਟਿਵ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਸੀ ਕਿ ਪੈਸਾ ਜਿਹੜਾ 2000 ਕਰੋੜ ਤੋਂ ਵੱਧ ਦਾ ਘੱਟ ਇਸ ਸਾਲ ਪੈ ਰਿਹਾ ਉਹਦੇ ਵਾਸਤੇ ਜ਼ਿੰਮੇਵਾਰ ਕੌਣ ਔਰ ਜਿਹੜੀਆਂ ਐਲੀਗੇਸ਼ਨਾਂ ਐਮਐਲਏ ਸਾਹਿਬਾਨ ਨੇ ਲਾਈਆਂ ਸੀ ਮੁੱਖ ਸਕੱਤਰ ਸਾਹਿਬ ਦੇ ਉੱਤੇ ਕਿ ਉਹਨਾਂ ਦੇ ਇੰਟਰਸਟ ਕਲੈਸ਼ ਕਰ ਰਹੇ ਆ ਉਹਨਾਂ ਦੀ ਕੈਬਨਿਟ ਨੇ ਰਿਕਾਰਡ ਦੇ ਉੱਤੇ ਕਿਉਂ ਨਹੀਂ ਦਿੰਦਾ ਸਾਰੀ ਚੀਜ਼ਾਂ ਰਿਕਾਰਡ ਕਿਉਂ ਨਹੀਂ ਚਾਹੀਦਾ ਕਿਉਂਕਿ ਇਨਕੁਆਇਰੀ ਆਰਡਰ ਹੋਣੀ ਚਾਹੀਦੀ ਇਹ ਤਾਂ ਗੱਲ ਨਹੀਂ ਨਾ ਕਿ ਸਮਝੌਤੇ ਨਾਲ ਗੱਲਾਂ ਖਤਮ ਹੋ ਜਾਣ ਜਦੋਂ ਹਜ਼ਾਰਾਂ ਕਰੋੜ ਦੀ ਕਰਪਸ਼ਨ ਦੀ ਐਲੀਗੇਸ਼ਨ ਲੱਗ ਰਹੀ ਹੈ ਜਦੋਂ ਲਾਕਡਾਊਨ ਦੇ ਦੌਰਾਨ 2 ਨੰਬਰ ਦੇ ਵਿੱਚ ਡਿਸਟਿਲਰੀਆਂ ਤੋਂ ਸ਼ਰਾਬ ਵੇਚਣ ਦੀ ਜਿਹੜੀ ਆ ਉਹ ਹਜ਼ਾਰਾਂ ਕਰੋੜ ਦਾ ਘਾਟੇ ਦੀ ਗੱਲ ਚੱਲ ਰਹੀ ਹੈ ਜੀ ਇਹਨੂੰ ਕਦਾ ਬਦਲੀਆਂ ਦੇ ਨਾਲ ਬੰਦ ਕਰਨਾ ਠੀਕ ਨਹੀਂ ਹੈ ਅਸੀਂ ਅੱਜ ਵੀ ਡਿਮਾਂਡ ਕੀਤਾ ਕਿ ਹਾਈ ਕੋਰਟ ਦੇ ਸਿਟਿੰਗ ਜੱਜ ਤੋਂ ਇਨਕੁਆਇਰੀ ਹੋਣੀ ਚਾਹੀਦੀ ਹੈ ਚਲੋ ਉਹ ਇਨਕੁਆਇਰੀ ਹੋਣੀ ਚਾਹੀਦੀ ਹੈ ਉਸ ਨੂੰ ਭਵਿੱਖ ਦੇ ਗਰਭ ਦੇ ਵਿੱਚ ਛੱਡ ਦੇਣਾ ਚਾਹੀਦਾ ਤੁਹਾਡੀ ਪਾਰਟੀ ਦੇ ਪ੍ਰਧਾਨ ਵੱਲੋਂ ਜੋ ਇਨਵੈਸਟੀਗੇਸ਼ਨ ਦੀ ਮੰਗ ਕੀਤੀ ਗਈ ਹੈ ਬਿਲਕੁਲ ਹੋਣੀ ਚਾਹੀਦੀ ਹੈ ਪਰ ਚੀਮਾ ਸਾਹਿਬ ਇਸ ਐਕਸ਼ਨ ਨੂੰ ਕਿਹੜੇ ਨਜ਼ਰੀਏ ਨਾਲ ਦੇਖਦੇ ਹੋ ਕਰਨ ਅਵਤਾਰ ਸਿੰਘ ਤੋਂ ਜ਼ਿੰਮੇਵਾਰੀਆਂ ਵਾਪਸ ਲੈ ਲਏ ਗਈਆਂ ਕੀ ਲੱਗਦਾ ਸਭ ਕੁਝ ਠੀਕ ਹੋ ਜਾਵੇਗਾ ਦੇਖੋ ਚੀਫ ਸੈਕਟਰੀ ਅੱਜ ਦੀ ਸਟੇਟ ਚੋਂ ਹੀ ਨੇ ਕੱਲ ਕੈਬਨਿਟ ਦੇ ਵਿੱਚ ਇਹਨਾਂ ਮੰਤਰੀਆਂ ਤੋਂ ਪਾਲਿਸੀ ਪਾਸ ਕਰਾਉਣੀ ਸੀ ਉਹਦੇ ਵਾਸਤੇ ਘੰਟੇ ਵਾਸਤੇ ਅਫਸਰ ਦੂਜਾ ਭੇਜ ਦਿੱਤਾ ਗਿਆ ਜਦੋਂ 3 ਵਜੇ ਪ੍ਰਾਈਮ ਮਿਨਿਸਟਰ ਸਾਹਿਬ ਦੀ ਅਹਿਮ ਮੀਟਿੰਗ ਹੋਣੀ ਸੀ ਉਹਦੇ ਵਿੱਚ ਸਰਦਾਰ ਕਰਨ ਅਵਤਾਰ ਸਿੰਘ ਸ਼ਾਮਲ ਹੋਏ तो फिर कैबिनेट के ਜਿਹੜਾ ਪਲਟੇ ਚਲਾ ਗਿਆ ਇਹ ਅਸੀਂ ਗੱਲ ਕਰਦੇ ਨਾ ਕਿ ਬਦਲੀਆਂ ਮਸਲੇ ਦਾ ਹੱਲ ਨਹੀਂ ਹੈ ਸਭ ਤੋਂ ਐਪਲੀਕੇਸ਼ਨ ਦੋਨਾਂ ਪਾਸਿਓਂ ਲੱਗੇ ਬੜੇ ਗੰਭੀਰ ਹੈ ਉਹਦੇ ਵਿੱਚ ਸੱਚਾ ਕੌਣ ਹੈ ਝੂਠਾ ਕੌਣ ਹੈ ਹਾਈ ਕੋਰਟ ਦਾ ਸਿਸਟਮ ਜੱਜ ਇਨਕੁਆਇਰੀ ਕਰੇ ਸਾਨੂੰ ਚਿੰਤਾ ਜਿਹੜੀ ਹੈ ਜਿਹੜੀ ਲੋਕਾਂ ਦਾ ਪੈਸਾ ਉਹਦੀ ਜਿਹੜੀ ਚੋਰੀ ਹੋ ਰਹੀ ਹੈ ਡਾਟਾ ਪੈ ਰਿਹਾ ਉਸ ਗੱਲ ਦੀ ਚਿੰਤਾ ਉਹ ਤਾਂ ਹੀ ਗੱਲ ਸਾਹਮਣੇ ਆ ਸਕਦੀ ਕਿ ਇਨਕੁਆਇਰੀ ਹੋਵੇ ਇਹ ਤਾਂ ਪਰਦੇ ਪਾ ਕੇ ਇੱਕ ਦੂਜੇ ਦੇ ਪਰਦੇ ਪਾ ਕੇ ਹੁਣ ਗੱਲਾਂ ਨੂੰ ਢੱਕਣ ਦੀ ਕੋਸ਼ਿਸ਼ ਜਿਹੜੀ ਆ ਉਹਦੇ ਨਾਲ ਲੋਕਾਂ ਦਾ ਢਿੱਡ ਨਹੀਂ ਪੂਰਾ ਹੁੰਦਾ ਕੱਲ ਤੇ ਕਿਸੇ ਲੋਕਾਂ ਦਾ ਪੈਸਾ ਟੈਕਸਾਂ ਦਾ ਪੈਸਾ ਜਿਹੜੀ ਸਾਰੀ ਸ਼ਰਾਬ ਦੀ ਚੋਰੀ ਹੋਈ ਲਾਕਡਾਊਨ ਦੇ ਦੌਰਾਨ ਜਿਹੜਾ ਖਜ਼ਾਨੇ ਦੇ ਵਿੱਚ ਪੈਸਾ ਜਾਣਾ ਚਾਹੀਦਾ ਸੀ ਜਿਹੜਾ ਹੁਣ ਹੈਲਥ ਤੇ ਲੱਗਣਾ ਚਾਹੀਦਾ ਸੀ ਪੈਸਾ ਉਹ ਜਿਹੜਾ ਜੇਬ ਵਿੱਚ ਗਿਆ ਇਸ ਕਰਕੇ ਅਸੀਂ ਉਹਦੇ ਤੇ ਸਵਾਲ ਉਠਾਏ ਆ ਉਹਦਾ ਜ਼ਿਆਦਾ ਇਨਕੁਆਇਰੀ ਹੋਵੇ ਜਾਂ ਪਤਾ ਲੱਗੇ ਕਿ ਸੱਚਾ ਕੌਣ ਸੀ ਦੋਨੋਂ ਚੋਂ ਝੂਠਾ ਕੌਣ ਹੈ ਪਰ ਚੀਮਾ ਸਾਹਿਬ ਸਾਡੇ ਨਾਲ ਬਾਜਵਾ ਸਾਹਿਬ ਜੁੜੇ ਹੋਏ ਸੀ ਤੇ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਪੈਸੀਫਿਕ ਜਾਣਕਾਰੀ ਦੇਵੇ ਦਰਖਾਸਤ ਦੇਵੇ ਅਸੀਂ ਇਨਵੈਸਟੀਗੇਸ਼ਨ ਕਰਵਾਵਾਂਗੇ ਉਸ ਮਸਲੇ ਤੇ ਜਿਸ ਤਰ੍ਹਾਂ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਲਜ਼ਾਮ ਸੀ ਕਿ 2000 ਤੋਂ 2500 ਜਿਹੜਾ ਕਰੋੜ ਦਾ ਘਾਟਾ ਹੈ ਪੰਜਾਬ ਦੇ ਮਾਲੀਏ ਨੂੰ ਪਿਆ ਦੇਖੋ ਗੱਲ ਬੜੀ ਹੈਰਾਨੀ ਦੀ ਗੱਲ ਹੈ ਕਿ ਹੁਣ ਜੇ ਸ਼ਰਾਬ ਵਾਲਿਆਂ ਨੇ ਇਹਨਾਂ ਨੂੰ ਰਿਲਾਈਜ਼ ਕਰ ਦਿੱਤਾ ਕੈਬਨਿਟ ਨੂੰ ਤੇ ਹੁਣ ਸਾਨੂੰ ਪੁੱਛਣ ਲੱਗੇ ਜਿਸ ਦਿਨ ਕੈਬਨਿਟ ਨੇ ਬਾਈਕਾਟ ਕੀਤਾ ਸੀਗਾ ਚੀਫ ਸੈਕਟਰੀ ਦਾ ਜਿਹੜੀ ਪ੍ਰੀ ਕੈਬਨਿਟ ਮੀਟਿੰਗ ਦਾ ਜੀ ਉਸ ਦਿਨ ਕੀ ਕਿਹਾ ਸੀ ਕਿ ਹਰ ਸਾਲ ਰੈਵਨਿਊ ਘਟ ਰਿਹਾ ਕਿ ਆਪਣੀ ਕੈਬਨਿਟ ਦੇ ਕਹੇ ਤੇ ਇਹਨਾਂ ਨੂੰ ਭਰੋਸਾ ਨਹੀਂ ਹੈ ਜਿਹੜੇ ਕਾਂਗਰਸ ਦੇ ਇੱਕ ਐਮਐਲਏ ਨੇ ਵਿਅਕਤੀ ਤੌਰ ਤੇ ਕੱਲ ਟਵੀਟ ਕਰ ਕਰਕੇ ਐਲੀਗੇਸ਼ਨਾਂ ਲਾਈਆਂ ਮੁੱਖ ਸਕੱਤਰ ਸਾਹਿਬ ਨੇ ਜੀ ਕੀ ਉਹਦੀ ਕੋਈ ਅਹਿਮੀਅਤ ਨਹੀਂ ਸਮਝਦੇ ਉਹਨੂੰ ਆਪਣਾ ਐਮਐਲਏ ਨਹੀਂ ਸਮਝਦੇ ਉਹਨੂੰ ਫਜ਼ੂਲ ਸਮਝਦੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਕਰੇ ਜਿਹੜੇ ਆਪਣੇ ਐਮਐਲਏ ਦੀ ਸ਼ਿਕਾਇਤ ਆ ਉਹਦਾ ਕੀ ਬਣੇ ਇਸ ਕਰਕੇ ਮੈਂ ਸਮਝਦਾ ਬਾਦਲ ਸਾਹਿਬ ਸਿਆਣੇ ਆ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਚੱਲਣਾ ਚਾਹੀਦਾ ਇੱਕ ਤਰ੍ਹਾਂ ਜਦੋਂ ਤੁਸੀਂ ਹੁਣ ਪਬਲਿਕਲੀ ਸਟੈਂਡ ਲਏ ਆ ਤੇ ਇਹਦੀ ਸੱਚਾਈ ਵੀ ਲੋਕਾਂ ਨੂੰ ਪਤਾ ਲੱਗਣੀ ਚਾਹੀਦੀ ਹੈ ਕਿ ਸੱਚਾ ਕੌਣ ਹੈ ਝੂਠਾ ਕੌਣ ਹੈ ਪੈਸੇ ਕਿੰਨੇ ਕਿੰਨੇ ਖਾਦੇ ਆ ਕਿੰਨੀ ਗਲਤ ਹੋਈ ਹੈ ਤੇ ਕਿਹਦੇ ਸਾਹਮਣੇ ਹੋਣੀ ਚਾਹੀਦੀ ਬਿਲਕੁਲ ਬਿਲਕੁਲ ਚੀਮਾ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਸੋ ਇਨਵੈਸਟੀਗੇਸ਼ਨ ਦੀ ਮੰਗ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਿ ਇੱਕ ਨਿਰਪੱਖ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਇਸ ਮਸਲੇ ਤੇ ਇਨਵੈਸਟੀਗੇਸ਼ਨ ਕਰਨ ਕਿਉਂਕਿ ਮਸਲਾ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ ਸੋ ਦੱਸ ਦਈਏ ਕਿ ਸ਼ਨੀਵਾਰ ਨੂੰ ਹੋਈ ਪ੍ਰੀ ਕੈਬਨਿਟ ਬੈਠਕ ਵਿੱਚ ਆਬਕਾਰੀ ਨੀਤੀ ਨੂੰ ਲੈ ਕੇ ਚਰਚਾਵਾਂ ਹੋਈਆਂ ਸੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਦੇ ਨਾਲ ਕਾਫੀ ਬਹਿਸਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਉਹ ਮੀਟਿੰਗ ਨੂੰ ਛੱਡ ਕੇ ਚਲੇ ਗਏ ਸੀ ਸੋ ਕੈਬਨਿਟ ਦੇ ਵਿੱਚ ਕਾਫੀ ਬਿਆਨਬਾਜ਼ੀ ਕੈਬਨਿਟ ਮੰਤਰੀਆਂ ਵੱਲੋਂ ਆਈ ਕਿ ਚੀਫ ਸੈਕਟਰੀ ਨੂੰ ਇਸ ਅਹੁਦੇ ਤੋਂ ਲਾਂਭੇ ਕਰ ਦਿੱਤਾ ਜਾਵੇ ਪਰ ਐਕਸ਼ਨ ਮੋਡ ਦੇ ਵਿੱਚ ਹੁਣ ਪੰਜਾਬ ਸਰਕਾਰ ਦਿਖਾਈ ਦੇ ਰਹੀ ਹੈ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਤੋਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਆਬਕਾਰੀ ਵਿਭਾਗ ਦੀਆਂ ਵਾਪਸ ਲੈ ਲਈਆਂ ਗਈਆਂ ਨੇ ਸੋ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਸੀ ਸੋ ਚਰਨਜੀਤ ਸਿੰਘ ਚੰਨੀ ਨੇ ਵੀ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਕ ਵਿੱਚ ਹਾਮੀ ਭਰੀ ਸੀ ਕਿ ਬਿਲਕੁਲ ਕੈਬਨਿਟ ਦੇ ਵਿੱਚ ਜੋ ਕੈਬਨਿਟ ਮੰਤਰੀਆਂ ਨਾਲ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਬਿਲकुल गलत होया सो इस मसले ते एक्शन मोड दे विच पंजाब सरकार दिखाई दे रही है तो मैंने ये प्रपोजल दी कि अगर चीफ सेक्रेटरी पंजाब के कंटिन्यू करते हैं तो मेरे लिए ये नामुमकिन होगा कि मैं उस कैबिनेट
या उस मीटिंग में बैठूं जहां चीफ सेक्रेटरी करण अवतार सिंह उसी में बैठे हों। तो सीएम साहब ने और सारे कैबिनेट से पूछा कि ये जो मनप्रीत की जो प्रपोजल है उसको चरणजीत सिंह चन्नी साहब ने भी बोला, क्योंकि जब वो थोड़ी बहुत इख्तलाफात हुए थे तो वो चन्नी जी पे दरअसल उन्होंने ये नाजेबा अल्फाज जो हैं वो यूज़ करे थे। तो चन्नी साहब ने बोला जी मैं भी उस कैबिनेट का हिस्सा या उसमें शिरकत नहीं कर सकता जहां चीफ सेक्रेटरी होंगे। अगर चीफ सेक्रेटरी जहर उगलेगा तो उससे जो सिस्टम है वो सही नहीं चल सकता। तो हमने आज सीएम को के ध्यान में लेकर आए हैं हम कि पिछली मीटिंग में जो कि अनौपचारिक मीटिंग थी एक, उसमें बात ये हुई है कि हमारे साथ जो चीफ सेक्रेटरी थे उनका बिहेव सही नहीं था और हम उसके साथ इस तरीके से कंटिन्यू नहीं कर सकते।